ਪੀਟੀਸੀ ਨਿਊਜ਼ ਦੀ ਇਸ ਖਾਸ ਪੇਸ਼ਕਸ਼ 'ਚ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਪਮਿਲ ਪਾਟਿਆ। ਈਦ ਦੇ ਇਸ ਮੁਕੱਦਸ ਦਿਨ ਤੇ ਇੱਕ ਖਾਸ ਪੇਸ਼ਕਸ਼ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਖੁਦਾ ਦੀ ਇਬਾਦਤ ਅਤੇ ਉਸ ਪਰਵਰਦਿਗਾਰ ਨੂੰ ਸਜਦਾ ਕਰਨ ਦਾ ਪਾਕ ਮਹੀਨਾ ਹੁੰਦਾ ਹੈ ਮਾਹ ਰਮਜ਼ਾਨ, ਜਿਸ ਨੂੰ ਮੁਸਲਿਮ ਭਾਈਚਾਰੇ ਦੇ ਲੋਕ ਪੂਰੀ ਤਾਕੀਦ ਨਾਲ ਰੱਖਦੇ ਅਤੇ ਇੱਕ ਮਹੀਨੇ ਦੇ ਕਠਿਨ ਰੋਜ਼ਿਆਂ ਤੋਂ ਬਾਅਦ ਚੜ੍ਹਦਾ ਹੈ ਈਦ ਦਾ ਚੰਨ। ਅੱਜ ਮੁਲਕ ਭਰ ਵਿੱਚ ਈਦ ਦੀਆਂ ਰੌਣਕਾਂ ਲੱਗੀਆਂ ਨੇ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇੱਕ ਦੂਸਰੇ ਨੂੰ ਗਲੇ ਮਿਲ ਕੇ ਇਸ ਪਾਕ ਦਿਨ ਦੀਆਂ ਵਧਾਈਆਂ ਦਿੱਤੀਆਂ। मुबारक 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 ईद मुबारक 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 ईद मुबारक 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 ईद मुबारक 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 ईद मुबारक। चांद नजर आ गया, अल्लाह ही अल्लाह छा गया, चांद नजर आ गया, अल्लाह ही अल्लाह छा गया, रोजे रखने वालों की है ये जीत, मिलो तुम गले सबसे आई है ईद, मुबारक मुबारक आई है ईद। कहते ने ईद दा चंद किस्मत वाले नूं ही दिखाई दिंदा है। चांद नजर आ गया, अल्लाह ही अल्लाह छा गया, रोजे रखने वालों की है ईद दी खुशियां इस चंद दे नाल ही जुड़ियां हुंदियां ने। हर एक रोजेदार नूं ईद दा चंद इन्ना प्यारा लगदा है कि आसमान वल तक के इस चंद नूं निहारदा रहिंदा है ते अपने खुदा नूं याद करदा है। आम तौर ते यह भी मन्निया जांदा है कि ईद दा चंद वेखण मगरों जेकर किसी धार्मिक चेहरे नूं वेख लिया जावे तां दिल दियां मुरादां पूरीआं हो जांदियां ने। ईद दा यह चंद बदलों विच लुक के रोजेदारां दा इम्तिहान लैंदा है ते थोड़ी जिही झलक दिखा के फिर तो बदलों दे विच लुक जांदा है। दरअसल इस्लामिक कैलेंडर मुताबिक रोजे हर साल 10 दिन अगाह आउंदे ने ते इस करके तारीख दा भुलेखा ना पए, इसलिए ही सदियों तो ही धार्मिक रूप विच यह परंपरा चली आ रही है। 30 रोजियां मगरों रमजान महीने बाद चढ़न वाले शवाल दे महीने यानी ईद दा चंद वेख्या जावे तां ईद दी वधो-वध खुशियां मनाईयां जांदियां ने। रोजे रखने वालों की है ये जीत, मिलो तुम गले सबसे आई है ईद। 30 ਦਿਨਾਂ ਦੇ ਰੋਜ਼ਿਆਂ ਦੇ ਬਾਅਦ ਅੱਜ ਈਦ ਉਲ ਫਿਤਰ ਦਾ ਦਿਨ ਆਉਂਦਾ ਹੈ ਤੇ ਭਾਈਚਾਰਕ ਸਾਂਝ ਦਾ ਇੱਕ ਕਿਸਮ ਦਾ ਪ੍ਰਮੁੱਖ ਕੇਂਦਰ ਹੈ। ਯਾਨੀ ਇਹਦਾ ਮੈਸੇਜ ਜਿਹੜਾ ਹੈਗਾ ਕਿ ਜਿਹੜੇ ਆਪਸ 'ਚ ਭਾਈਚਾਰਾ ਬਣਾਏ ਰੱਖੇ, ਜਿੱਦਾਂ ਕਿ ਜਦੋਂ ਅਸੀਂ ਮਿਲਦੇ ਹੈਗੇ ਆ ਤੇ ਈਦ ਦੀ ਇੱਕ ਦੂਜੇ ਨੂੰ ਵਧਾਈ ਦਿੰਦੇ ਆ ਤੇ ਉਹ ਸਾਨੂੰ ਦਿੰਦੇ ਨੇ, ਉਹ ਸਾਨੂੰ ਕਹਿੰਦੇ ਨੇ ਈਦ ਮੁਬਾਰਕ। ਇਹ ਦਿਨ ਉਹ ਦਿਨ ਹੁੰਦਾ ਹੈ ਜਦ ਸਮੂਹ ਮੁਸਲਿਮ ਭਾਈਚਾਰੇ ਦੇ ਲੋਕ ਮਿਲ ਕੇ ਮਸਜਿਦ ਵਿੱਚ ਨਮਾਜ਼ ਅਦਾ ਕਰਕੇ ਖੁਦਾ ਨੂੰ ਯਾਦ ਕਰਦੇ ਨੇ ਤੇ ਅਮਨ ਸ਼ਾਂਤੀ ਦੀ ਦੁਆ ਮੰਗਦੇ ਨੇ। ਸਾਰੀ ਦੁਨੀਆ ਤੇ ਗਿਲੇ ਸ਼ਿਕਵੇ ਭੁਲਾ ਕੇ ਇਸ ਦਿਨ ਮੁਹੱਬਤ ਦਾ ਪੈਗਾਮ ਦਿੱਤਾ ਜਾਂਦਾ ਹੈ। ਹਿੰਦੂ ਸਿੱਖ ਮੁਸਲਮਾਨ ਸਹੀ ਮਾਇਨਿਆਂ ਦੇ ਵਿੱਚ ਇੱਕੋ ਜਾਪਦੇ ਨੇ। ਰੋਜ਼ੇ ਰੱਖਣੇ ਵਾਲੋਂ ਕੀ ਹੈ ਇਹ ਜੀਤ, ਮਿਲੋ ਤੁਮ ਗਲੇ ਸਬਸੇ ਆਈ ਹੈ ਈਦ। ਪੂਰਾ ਮਹੀਨਾ ਇਬਾਦਤਾਂ ਦੇ ਨਾਲ ਦਿਨ ਰਾਤ ਇਬਾਦਤਾਂ ਦੇ ਵਿੱਚ ਗੁਜ਼ਾਰਿਆ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਆਪਸੀ ਭਾਈਚਾਰਕ ਸਾਂਝ ਪੈਦਾ ਹੋ ਸਕੇ। ਅੱਜ ਸਾਨੂੰ ਮੁਬਾਰਕਾਂ ਦੇਣ ਵਾਸਤੇ ਸਾਡੇ ਹਿੰਦੂ ਸਿੱਖ ਭਰਾ ਈਸਾਈ ਭਰਾ ਸਭ ਸਾਨੂੰ ਮੁਬਾਰਕਾਂ ਦੇਣ ਆ ਰਹੇ ਆ। ਅਸੀਂ ਅੱਜ ਇੱਥੇ ਖੁਸ਼ੀਆਂ ਮਨਾ ਰਹੇ ਹਾਂ, ਘਰਾਂ ਵਿੱਚ ਅੱਛੇ ਅੱਛੇ ਖਾਣੇ ਪਕਵਾਨ ਪਕ ਰਹੇ ਨੇ ਔਰ ਬੱਚੇ ਵੀ ਬੜੀ ਖੁਸ਼ੀ ਮਹਿਸੂਸ ਕਰ ਰਹੇ ਨੇ। ਮੁਬਾਰਕ ਮੁਬਾਰਕ ਆਈ ਹੈ ਈਦ। ईद उल फितर ਦੀਆਂ ਰੌਣਕਾਂ ਵੇਖ ਕੇ ਲੱਗਦਾ ਹੈ ਕਿ ਅਸੀਂ ਭਾਵੇਂ ਕਿ ਵੱਖੋ-ਵੱਖ ਧਰਮਾਂ ਨੂੰ ਮੰਨਦੇ ਹੋਈਏ ਪਰ ਅਸੀਂ ਹੈ ਸਾਰੇ ਇੱਕੋ ਹੀ ਰੱਬ ਦੇ ਬੰਦੇ। ਮੁਕੱਦਸ ਈਦ ਦੇ ਦਿਨ ਇਹੀ ਦੁਆ ਕਰਦੇ ਹਾਂ ਕਿ ਹਰ ਵਰੇ ਇਹ ਦਿਨ ਖੁਸ਼ੀਆਂ ਤੇ ਅਮਨ ਦਾ ਪ੍ਰਸਾਰ ਕਰੇ। ਇਸ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਵੱਲੋਂ ਰੋਜ਼ੇ ਰੱਖੇ ਜਾਂਦੇ ਨੇ। ਪੂਰੇ ਰੀਤੀ ਰਿਵਾਜ਼ਾਂ ਨਾਲ ਰੱਖੇ ਜਾਣ ਵਾਲੇ ਇਹ ਰੋਜ਼ੇ ਕਾਫੀ ਕਠਿਨ ਮੰਨੇ ਜਾਂਦੇ ਨੇ ਤੇ ਰਮਜ਼ਾਨ ਦੀਆਂ ਰੌਣਕਾਂ ਬਾਜ਼ਾਰਾਂ ਵਿੱਚ ਵੀ ਵੇਖਦੀਆਂ ਬਣਦੀਆਂ ਨੇ। ਪਰ ਇਸ ਸਭ ਦੇ ਵਿੱਚ ਜੋ ਸਭ ਤੋਂ ਜ਼ਰੂਰੀ ਹੁੰਦਾ ਹੈ ਉਹ ਹੁੰਦਾ ਹੈ ਖੁਦਾ ਦੀ ਇਬਾਦਤ ਕਰਨਾ ਯਾਨੀ ਨਮਾਜ਼ ਅਦਾ ਕਰਨਾ। ਹਾਲਾਂਕਿ ਮਦਰਸਿਆਂ ਅਤੇ ਮਸੀਤਾਂ ਦੇ ਵਿੱਚ ਕੁਝ ਖਾਸ ਪ੍ਰੋਗਰਾਮ ਵੀ
ਚੱਲਦੇ ਜਾਤ ਹੀ ਨਿਜਾਤ ਮਿਲਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਇਸ ਮੁਬਾਰਕ ਮਹੀਨੇ ਵਿੱਚ ਖੁਦਾ ਦੀਆਂ ਰਹਿਮਤਾਂ ਦੀ ਵਿਸ਼ੇਸ਼ ਬਰਸਾਤ ਹੁੰਦੀ ਹੈ ਤੇ ਬਰਕਤ ਘਰ ਆਉਂਦੀ ਹੈ। दास्तां को सुनो, रहमतों का बयां है, बयां को सुनो। ਦਰਅਸਲ ਰਮਜ਼ਾਨ ਦੇ ਰੋਜ਼ੇ ਦਾ ਅਸਲ ਮਕਸਦ ਹਰ ਇੱਕ ਇਨਸਾਨ ਨੂੰ ਗੁਨਾਹਾਂ ਤੋਂ ਬਚਾਉਣਾ ਤੇ ਹਰ ਇੱਕ ਬੁਰੀ ਗੱਲ ਤੋਂ ਦੂਰ ਰਹਿਣ ਲਈ ਪ੍ਰੇਰਨਾ ਹੁੰਦਾ ਹੈ। ਇਸਲਾਮਿਕ ਵਿਦਵਾਨਾਂ ਦਾ ਕਹਿਣਾ ਹੈ ਕਿ ਰੋਜ਼ਾ ਇੱਕ ਅਜਿਹੀ ਰੂਹਾਨੀ ਇਬਾਦਤ ਹੈ ਜੋ ਇਨਸਾਨ ਨੂੰ ਬਹੁਤ ਉੱਚੀ ਥਾਂ ਤੇ ਪਹੁੰਚਾ ਦਿੰਦੀ ਹੈ ਤੇ ਖੁਦਾ ਆਪਣੇ ਰੋਜ਼ੇਦਾਰਾਂ ਦੀ ਹਰ ਮੁਰਾਦ ਪੂਰੀ ਕਰਦਾ ਹੈ। रोजा नहीं है फर्ज अभी की अहमियत ये है कि ये इंसान के अखलाक और उसके किरदार को बनाता है, क्योंकि इससे आदत पड़ती है परवरदिगार का हुक्म मानने की, कि जब परवरदिगार ने कहा कि खाओ तो हम खाते हैं, और जब उसने मना किया कि मत खाओ तो नहीं खाते हैं। रमजान की दास्तां को सुनो, रहमतों ਇਹ ਵੀ ਮਾਨਤਾ ਹੈ ਕਿ ਦੁਨੀਆ ਨੂੰ ਨੇਕੀ ਦਾ ਰਸਤਾ ਦਿਖਾਉਣ ਅਤੇ ਹਰ ਇੱਕ ਵਿਅਕਤੀ ਨੂੰ ਸਿੱਧਾ ਖੁਦਾ ਨਾਲ ਜੋੜਨ ਲਈ ਕੁਰਾਨ ਮਜੀਦ ਇਸ ਮੁਬਾਰਕ ਮਹੀਨੇ ਨਾਜ਼ਲ ਹੋਈ ਸੀ आई जो सर ਅਤੇ ਐਸੇ ਮਹੀਨੇ ਜੰਨਤ ਦੇ ਦਰਵਾਜ਼ੇ ਖੋਲ ਕੇ ਨਰਕ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ। होके सो गए ਖੁਦਾ ਆਪਣੀ ਮਖਲੂਕ ਦਾ ਹਰ ਗੁਨਾਹ ਮਾਫ ਕਰਦੇ ਨੇ। सारा माजरा माने बड़े ही प्यार से फिर उससे ये कहा रमजान महीने रखे रोजे दौरान सिर्फ खान पीन ਦੀਆਂ ਵਸਤਾਂ ਤੋਂ ਪਰਹੇਜ਼ ਰੱਖਣਾ ਹੀ ਜ਼ਰੂਰੀ ਨਹੀਂ ਹੁੰਦਾ, ਬਲਕਿ ਹਰ ਇੱਕ ਸਮਾਜਿਕ ਬੁਰਾਈ ਤੋਂ ਦੂਰੀ ਬਣਾ ਕੇ ਰੱਖਣਾ ਵੀ ਰੋਜ਼ੇ ਦੀਆਂ ਸ਼ਰਤਾਂ ਵਿੱਚ ਸ਼ਾਮਿਲ ਹੈ। कुछ न खाऊंगा ਬਹਰਹਾਲ ਸਾਡੀ ਦੁਆ ਹੈ ਕਿ ਰਮਜ਼ਾਨ ਦੇ ਆਖਰੀ ਜੁਮੇ ਵਿੱਚ ਹਰ ਇੱਕ ਇਨਸਾਨ ਰਸੂਲੇ ਖੁਦਾ ਪ੍ਰਤੀ ਅਕੀਦਤ ਦਾ ਜਜ਼ਬਾ ਪੈਦਾ ਕਰੇ गर्मी है तुझको प्यास लगी ਤੇ ਸਿਰਫ ਰਮਜ਼ਾਨ ਮਹੀਨੇ ਹੀ ਨਹੀਂ ਸਗੋਂ ਇਮਾਨਦਾਰੀ ਨਾਲ ਆਪਣੇ ਫਰਜ਼ ਨੂੰ ਅੰਜਾਮ ਤੱਕ ਪਹੁੰਚਾਉਣ। पानी का ਰੋਜ਼ੇ ਰੱਖਣ ਦੀ ਤਾਂਘ ਵੱਡੇ ਬਜ਼ੁਰਗਾਂ ਤੋਂ ਲੈ ਕੇ ਛੋਟੇ ਬੱਚਿਆਂ ਤੱਕ ਵੀ ਵੇਖਣ ਨੂੰ ਮਿਲਦੀ ਹੈ। ਕਈ ਤਾਂ 4-4 ਸਾਲ ਤੱਕ ਦੇ ਬੱਚੇ ਵੀ ਇੱਕ ਕਠਿਨ ਰੋਜ਼ੇ ਰੱਖਦੇ ਨੇ। ਸਵੇਰ ਦੀ ਸਹਿਰੀ ਖਾਣ ਤੋਂ ਲੈ ਕੇ ਸ਼ਾਮ ਦੀ ਇਫਤਾਰੀ ਤੱਕ ਇਹ ਲੋਕ ਖੁਦਾ ਦੀ ਇਬਾਦਤ ਵਿੱਚ ਮਸਰੂਫ ਰਹਿੰਦੇ ਨੇ ਅਤੇ ਸ਼ਾਮ ਦੀ ਇਫਤਾਰੀ ਤੋਂ ਬਾਅਦ ਹੀ ਇੱਕ ਕਠਿਨ ਰੋਜ਼ਾ ਸੰਪੰਨ ਹੁੰਦਾ ਹੈ। ਮਸਜਿਦ ਅੰਦਰ ਨਮਾਜ਼ ਪੜ੍ਹਨ ਵੇਲੇ ਰਾਜਾ ਰੰਗ ਤੇ ਛੋਟੇ ਵੱਡੇ ਦਾ ਭੇਦਭਾਵ ਉਸ ਸਮੇਂ ਬੋਲਾ ਨਜ਼ਰ ਆਉਂਦਾ ਹੈ ਜਦ ਇੱਕ ਸਫਾ 'ਚ ਖੜੇ ਹੋ ਕੇ ਹਰ ਇੱਕ ਵਿਅਕਤੀ ਖੁਦਾ ਅੱਗੇ ਸਜਦਾ ਕਰਦਾ ਹੈ। ਰਮਜ਼ਾਨ ਮਹੀਨੇ ਨਮਾਜ਼ ਪੜ੍ਹਨ ਦਾ ਇੱਕ ਖਾਸ ਅੰਦਾਜ਼ ਹੁੰਦਾ ਹੈ। ਸੈਂਕੜਿਆਂ ਦੀ ਤਾਦਾਦ ਵਿੱਚ ਜਮ੍ਹਾਂ ਹੋ ਕੇ ਨਮਾਜ਼ ਅਦਾ ਕਰਨ ਦਾ ਇਹ ਨਜ਼ਾਰਾ ਕਿਸੇ ਇੱਕ ਮਸਜਿਦ ਦਾ ਨਹੀਂ ਸਗੋਂ ਹਰ ਮਸਜਿਦ ਵਿੱਚ ਦਿਖਾਈ ਦਿੰਦਾ ਹੈ। ਜਿੱਥੇ ਰੋਜ਼ਾਦਾਰ ਨਮਾਜ਼ੀ ਹਰ ਦਿਨ ਆਪਣੇ ਰੋਜ਼ੇ ਸਫਲਤਾਪੂਰਵਕ ਪੂਰੇ ਹੋਣ ਲਈ ਖੁਦਾ ਦਾ ਸ਼ੁਕਰ ਅਦਾ ਕਰਦੇ ਨੇ। ਹਰ ਦਿਨ ਨਮਾਜ਼ ਪੜ੍ਹਨ ਸਮੇਂ ਵਜ਼ੂ ਕਰਨਾ ਸਭ ਤੋਂ ਜ਼ਰੂਰੀ ਮੰਨਿਆ ਗਿਆ। ਸਵੇਰੇ ਰੋਜ਼ਾ ਰੱਖਣ ਸਮੇਂ 4:30 ਵਜੇ ਦੀ ਫਜਰ ਦੀ ਨਮਾਜ਼ ਅਦਾ ਕਰਨ ਮਗਰੋਂ ਇਹ ਭਾਈਚਾਰਾ ਦੁਪਹਿਰ 1 ਵਜੇ ਹੋਣ ਵਾਲੀ ਜ਼ੋਹਰ ਦੀ ਨਮਾਜ਼ ਅਦਾ ਕਰਦਾ ਹੈ ਤੇ ਸ਼ਾਮ ਨੂੰ ਮੁੜ 5 ਵਜੇ ਅਸਰ ਦੀ ਨਮਾਜ਼ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਨੇ। ਰੋਜ਼ਾ ਖੋਲਣ ਤੋਂ ਤੁਰੰਤ ਬਾਅਦ ਸ਼ਾਮੀ 7 ਵਜੇ ਮਗਰਿਬ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ, ਜਦੋਂ ਕਿ ਰਾਤੀ 9 ਵਜੇ ਦੇ ਕਰੀਬ ਹੋਣ ਵਾਲੀ ਈਮਾ ਦੀ ਨਮਾਜ਼ ਵਿੱਚ ਰੋਜ਼ੇਦਾਰ ਖੁਦਾ ਅੱਗੇ ਸਿਰ ਝੁਕਾਉਂਦੇ ਨੇ ਤੇ ਇਸ ਮਗਰੋਂ ਇੱਕ ਵਿਸ਼ੇਸ਼ ਦੁਆ ਤਰਾਵੀਹ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਸੈਨਾ ਵਿੱਚ ਇੱਕ ਫੌਜੀ ਨੂੰ ਡਿਸਪਲਿਨ ਵਿੱਚ ਰਹਿ ਕੇ ਡਿਊਟੀ ਕਰਨਾ ਸਿਖਾਇਆ ਜਾਂਦਾ ਹੈ, ਉਸੇ ਤਰ੍ਹਾਂ ਖੁਦਾ ਨੇ ਵੀ ਹਰ ਇੱਕ ਇਨਸਾਨ ਨੂੰ ਡਿਸਪਲਿਨ ਵਿੱਚ ਰਹਿਣ ਲਈ ਨਮਾਜ਼ ਨੂੰ ਫਰਜ਼ ਕਰਾਰ ਦਿੱਤਾ ਹੈ। ਇਸ ਲਈ 5 ਵਕਤ ਦੀਆਂ ਨਮਾਜ਼ਾਂ ਸਮੇਂ ਸਿਰ ਪੜ੍ਹ ਕੇ ਵਿਅਕਤੀ ਅੰਦਰ ਸਮੇਂ ਦੀ ਪਾਬੰਦੀ ਦਾ ਵੀ ਜਜ਼ਬਾ ਪੈਦਾ ਹੁੰਦਾ ਹੈ। ਰਮਜ਼ਾਨ ਦੇ ਰੋਜ਼ੇ ਤੋਂ ਇਲਾਵਾ ਇਫਤਾਰੀ ਦਾ ਵੀ ਖਾਸ ਰੋਲ ਹੈ। ਬਾਜ਼ਾਰਾਂ ਵਿੱਚ ਸੇਬ ਦੀਆਂ ਰੇੜੀਆਂ ਤੇ ਹਲਵਾਈਆਂ ਦੀਆਂ ਦੁਕਾਨਾਂ ਉੱਤੇ ਇਹ ਭੀੜ ਰੋਜ਼ਾ ਇਫਤਾਰੀ ਦੀ ਤਿਆਰੀ ਨੂੰ ਲੈ ਕੇ ਜਮ੍ਹਾਂ ਹੋਈ ਹੈ। ਹਲਵਾਈਆਂ ਵੱਲੋਂ ਗਰਮਾ-ਗਰਮ ਪਕੌੜੇ ਤੇ ਮਜ਼ੇਦਾਰ ਜਲੇਬੀਆਂ ਕੱਢੀਆਂ ਜਾ ਰਹੀਆਂ ਨੇ। ਰਮਜ਼ਾਨ ਵਿੱਚ ਇਫਤਾਰੀ ਦਾ ਵੀ ਖਾਸ ਮਹੱਤਵ ਹੈ ਤੇ ਰੋਜ਼ਾਦਾਰ ਦੀ ਰੋਜ਼ਾ ਇਫਤਾਰੀ ਕਰਵਾਉਣਾ ਇਸਲਾਮ ਮਜ਼ਹਬ ਵਿੱਚ ਬੜਾ ਹੀ ਪੁੰਨ ਦਾ ਕੰਮ ਦੱਸਿਆ ਗਿਆ ਹੈ। ਕਈ ਗੈਰ ਮੁਸਲਿਮ ਜਥੇਬੰਦੀਆਂ ਵੀ ਰੋਜ਼ੇਦਾਰਾਂ ਦੇ ਰੋਜ਼ੇ ਖੁਲਵਾਉਣ ਲਈ ਤਿਆਰ ਰਹਿੰਦੀਆਂ ਨੇ ਤੇ ਇਸ ਵਾਰ ਵੀ ਪੂਰਾ ਮਹੀਨਾ ਇਫਤਾਰ ਪਾਰਟੀਆਂ ਦਾ ਦੌਰ ਜਾਹੋ ਜਲਾਲ ਤੇ ਰਿਹਾ ਹੈ। ਇਫਤਾਰ
ਪਾਰਟੀਆਂ ਵਿੱਚ ਸੇਬ, ਕੇਲੇ ਤੇ ਹੋਰ ਫਲ ਫਰੂਟ ਤਾਂ ਲਿਆਂਦਾ ਹੀ ਜਾਂਦਾ ਹੈ, ਪਰ ਸਭ ਤੋਂ ਜ਼ਰੂਰੀ ਹੁੰਦਾ ਹੈ ਖਜੂਰ ਖਾਣਾ, ਕਿਉਂਕਿ ਮੰਨਿਆ ਗਿਆ ਹੈ ਕਿ ਰਸੂਲੇ ਖੁਦਾ ਨੂੰ ਖਜੂਰ ਸਭ ਤੋਂ ਜ਼ਿਆਦਾ ਪਸੰਦ ਸੀ ਤੇ ਇਹ ਮੁਸਲਿਮ ਭਾਈਚਾਰੇ ਲਈ ਸੁਨਨਤ ਵੀ ਹੈ। ਈਦ ਦੇ ਇਸ ਪਵਿੱਤਰ ਤਿਉਹਾਰ ਦੇ ਨਾਲ ਨਾ ਸਿਰਫ ਬਾਜ਼ਾਰਾਂ ਵਿੱਚ ਰੌਣਕਾਂ ਵੱਜ ਜਾਂਦੀਆਂ ਨੇ, ਬਲਕਿ ਇਸ ਤਿਉਹਾਰ ਨੂੰ ਖੁਸ਼ਬੂ ਅਤੇ ਜ਼ਾਇਕੇ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਈਦ ਦੀ ਦਾਵਤ ਲਈ ਜਿੱਥੇ ਘਰਾਂ ਦੇ ਵਿੱਚ ਲਜ਼ੀਜ਼ ਪਕਵਾਨ ਬਣਦੇ ਨੇ, ਉੱਥੇ ਹੀ ਇਤਰ ਦੀ ਖੁਸ਼ਬੂ ਦੇ ਨਾਲ ਮਸੀਤਾਂ ਤੇ ਬਾਜ਼ਾਰ ਵੀ ਮਹਿਕ ਉੱਠਦੇ ਨੇ। ਈਦ ਦਾ ਪਵਿੱਤਰ ਦਿਨ ਹੈ ਤੇ ਤੁਸੀਂ ਦੇਖਿਆ ਜਿਸ ਤਰੀਕੇ ਨਾਲ ਅੱਜ ਮਲੇਰਕੋਟਲਾ ਦੀ ਵੱਡੀ ਈਦਗਾਹ ਦੇ ਵਿੱਚ ਮੁਸਲਿਮ ਭਾਈਚਾਰੇ ਨੇ ਈਦ ਦੀ ਨਮਾਜ਼ ਅਦਾ ਕੀਤੀ ਹੈ। ਉਸ ਦੇ ਨਾਲ ਨਾਲ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ ਕਿ ਮਲੇਰਕੋਟਲਾ ਦੇ ਵਿੱਚ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰੀਕੇ ਨਾਲ ਮਿਠਾਈਆਂ ਬਣ ਰਹੀਆਂ ਨੇ, ਘਰਾਂ ਦੇ ਵਿੱਚ ਪਕਵਾਨ ਬਣ ਰਹੇ ਨੇ, ਸੇਵਈਆਂ ਬਣ ਰਹੀਆਂ ਨੇ, ਹੋਰ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਦੇਖਿਆ ਹੈ ਕਿਸ ਤਰੀਕੇ ਨਾਲ ਈਦ ਦੇ ਜਿਹੜਾ ਤਿਉਹਾਰ ਹੈ, ਜਿਹਨੂੰ ਇਸ ਨੂੰ ਖਾਸ ਤੌਰ ਤੇ ਇਸ ਈਦ ਉਲ ਫਿਤਰ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ। ਔਰ ਮਿੱਠੀ ਈਦ ਦੇ ਵਿੱਚ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਪਕਵਾਨ ਬਣੇ ਨੇ ਤੁਸੀਂ ਅੱਜ ਦੇਖ ਚੁੱਕੇ ਹੋ ਕਿ ਮਲੇਰਕੋਟਲਾ ਦੀ ਜਿਹੜੇ ਅਸੀਂ ਇੱਕ ਘਰ ਦੇ ਵਿੱਚ ਆਏ ਹਾਂ, ਕਿਸ ਤਰ੍ਹਾਂ ਜਿਹੜੀਆਂ ਔਰਤਾਂ ਨੇ ਘਰ ਦੇ ਵਿੱਚ ਮਿੱਠੀ ਈਦ ਦੇ ਮੱਦੇਨਜ਼ਰ ਖੀਰ ਬਣਾ ਰਹੀਆਂ ਨੇ, ਸੇਵੀਆਂ ਬਣਾ ਰਹੀਆਂ ਨੇ, ਹੋਰ ਕਿਸ ਤਰ੍ਹਾਂ ਦੇ ਪਕਵਾਨ ਨੇ, ਕੀ ਬਣਾਇਆ ਇਹਨਾਂ ਤੋਂ ਹੀ ਜਾਣਦੇ ਹਾਂ ਵੀ ਅੱਜ ਈਦ ਦੇ ਮੌਕੇ ਤੇ ਤੁਸੀਂ ਅੱਜ ਇੱਥੇ ਆਪਣੀ ਰਸੋਈ ਦੇ ਵਿੱਚ ਕੀ ਤਿਆਰ ਕੀਤਾ ਹੈ। ਸਪੈਸ਼ਲ ਈਦ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਸਪੈਸ਼ਲ ਪਕਵਾਨ ਬਣਦੇ ਨੇ। ਅਸੀਂ ਚਨਾ ਮਸਾਲਾ ਬਣਾਇਆ ਹੈ ਤਾਂ ਕਿ ਥੋੜਾ ਜਿਹਾ ਕਰਾਰਾ ਵੀ ਟੇਸਟ ਰਹੇ। ਵੈਸੇ ਤਾਂ ਮਿੱਠੀ ਈਦ ਹੈ ਪਰ ਉਹਦੇ ਨਾਲ ਥੋੜਾ ਜਿਹਾ ਨਮਕੀਨ ਟੱਚ ਵੀ ਅੱਛਾ ਲੱਗਦਾ ਹੈ। ਤੇ ਅਸੀਂ ਪਕੌੜੇ ਬਣਾਏ ਨੇ ਤੇ ਖੀਰ ਔਰ ਸੇਵਈਆਂ ਤਾਂ ਇਸ ਈਦ ਦੀ ਸਪੈਸ਼ਲਿਟੀ ਹੈ ਹੀ। ਤੇ ਉਸ ਦੇ ਨਾਲ ਹੀ ਹੋਰ ਵੀ ਜੋ ਸਭ ਦੀ ਫਰਮਾਇਸ਼ ਹੁੰਦੀ ਹੈ, ਜੋ ਪਰਿਵਾਰ ਦੇ ਮੈਂਬਰਾਂ ਦੀ ਡਿਮਾਂਡ ਹੁੰਦੀ ਹੈ, ਉਹਨਾਂ ਦੀ ਪਸੰਦ ਦੇ ਮੁਤਾਬਕ ਖਾਣੇ ਬਣਾਉਣੇ ਆ। ਜੋ ਕੀ ਇਹਦੇ ਵਿੱਚ ਖਾਸ ਤੌਰ ਤੇ ਬੱਚਿਆਂ ਨੂੰ ਤੁਸੀਂ ਈਦੀ ਦਿੱਤੀ ਹੈ, ਇਹਦਾ ਈਦੀ ਦਾ ਕੀ ਮਹੱਤਵ ਹੈ? ਇਹ ਈਦ ਜਿਹੜਾ ਵਰਡ ਹੈ ਇਹਦਾ ਮਤਲਬ ਹੁੰਦਾ ਖੁਸ਼ੀ। ਬੱਚਿਆਂ ਨੂੰ ਇਸੇ ਗੱਲ ਦੀ ਹੁੰਦੀ ਹੈ ਕਿ ਉਹਨਾਂ ਨੂੰ ਕੁਝ ਦਿੱਤਾ ਜਾਵੇ, ਕੋਈ ਗਿਫਟ ਜਾਂ ਕੁਝ ਨਕਦੀ ਦੇ ਰੂਪ ਵਿੱਚ, ਤਾਂ ਕਿ ਉਹ ਆਪਣੀ ਮਰਜ਼ੀ ਦਾ ਗਿਫਟ ਖਰੀਦ ਸਕਣ। ਇਹੀ ਈਦ ਦਾ ਤਸੱਵੁਰ ਹੈ। ਹੋਰ ਘਰ ਦੇ ਵਿੱਚ ਤੁਹਾਡੇ ਅੱਜ ਕੌਣ ਆਇਆ ਹੈ? ਤੁਹਾਨੂੰ ਈਦ ਦੇ ਗਿਫਟ ਵੀ ਮਿਲ ਰਹੇ ਨੇ, ਦੇ ਵੀ ਰਹੇ ਹੋ? ਹਾਂ, ਤਕਰੀਬਨ ਸਵੇਰ ਦਾ ਹੀ ਤਾਂਤਾ ਲੱਗਿਆ ਹੋਇਆ, ਰਿਸ਼ਤੇਦਾਰ ਆ ਰਹੇ ਨੇ, ਕਦੀ ਕੋਈ ਆ ਜਾਂਦਾ, ਕਦੀ ਕੋਈ ਰੌਣਕ ਲੱਗੀ ਹੋਈ ਹੈ। ਇਸੇ ਤਰ੍ਹਾਂ ਸਾਰਾ ਦਿਨ ਮਸਰੂਫੀਅਤ 'ਚ ਲੰਘ ਜਾਣਾ ਹੈ। ਇੰਤਜ਼ਾਰ ਕਿੰਨਾ ਕੁ ਰਹਿੰਦਾ ਜੀ ਈਦ ਦਾ ਦਿਨ? ਇਹ ਤਾਂ ਬਹੁਤ ਸਾਲ ਭਰ ਦਾ ਇੰਤਜ਼ਾਰ ਹੁੰਦਾ ਹੈ ਕਿ ਉਹ ਕਹਿੰਦੇ ਨੇ ਸਾਲ ਭਰ ਈਦ ਦਾ ਰਸਤਾ ਨਹੀਂ ਦੇਖਾ ਜਾਂਦਾ। ਈਦ ਦਾ ਰਸਤਾ ਤਾਂ ਸਾਲ ਭਰ ਦੇਖਦੇ ਨੇ। ਦੇਖੋ ਵੀ ਤੁਸੀਂ ਅੱਜ ਇੱਥੇ ਈਦ ਦੀ ਮੁਬਾਰਕਬਾਦ ਦੇਣ ਲਈ ਆਪਣੇ ਇੱਥੇ ਆਏ ਹੋ, ਆਪਣੇ ਖਾਲਾ ਦੇ ਨਾਲ ਮੁਲਾਕਾਤ ਕਰ ਰਹੇ ਹੋ, ਔਰ ਈਦ ਦੇ ਕਿੰਨੀ ਖੁਸ਼ੀ ਕਿੰਨੀ ਗਈ? ਬੇਹੱਦ ਖੁਸ਼ੀ ਹੈ ਬਿਕੋਜ਼ ਇਹ ਰਮਜ਼ਾਨ ਦੇ ਮੁਕੱਦਸ ਮਹੀਨੇ 30 ਦਿਨਾਂ ਦੇ ਰੋਜ਼ੇ ਰੱਖ ਕੇ ਅਸੀਂ ਇਸ ਖੁਸ਼ੀ ਵਾਲੇ ਦਿਨ ਨੂੰ ਇੰਜੋਏ ਕਰਦੇ ਹਾਂ। ਤੇ ਮਤਲਬ ਮੈਂ ਆਪਣੇ ਖਾਲਾ ਦੇ ਘਰ ਆਈ ਹਾਂ ਇਹਨਾਂ ਨੂੰ ਈਦ ਦੀ ਮੁਬਾਰਕਬਾਦ ਦੇਣ, ਔਰ ਮੈਨੂੰ ਈਦੀ ਮਿਲੀ, ਮੈਨੂੰ ਬਹੁਤ ਚੰਗਾ ਲੱਗ ਰਿਹਾ ਇਸ ਚੀਜ਼। ਹੋਰ ਖਾਸ ਤੌਰ ਤੇ ਹੋਰ ਘਰ ਦੇ ਵਿੱਚ ਹੋਰ ਤੁਹਾਡਾ ਕੀ ਹੋ ਰਿਹਾ ਹੈ? ਬਸ ਜੀ ਸਵਈਆਂ ਇੰਜੋਏ ਕਰ ਰਹੇ ਹਾਂ, ਬਾਕੀ ਖੀਰ ਹੈ, ਪਕੌੜੇ ਹੈ, ਬਹੁਤ ਤਰ੍ਹਾਂ ਦੇ ਪਕਵਾਨ ਮਤਲਬ ਅਸੀਂ ਇਸ ਦਿਨ ਖਾਂਦੇ ਹਾਂ ਤੇ ਬਹੁਤ ਇੰਜੋਏ ਕਰਦੇ ਹਾਂ। ਈਦ ਦੇ ਦਿਨ ਹੋਵੇ ਔਰ ਇੰਜੋਏ ਨਾ ਹੋਵੇ, ਇਹ ਕਿੱਦਾਂ ਹੋ ਸਕਦਾ ਹੈ? ਈਦ ਦਾ ਦਿਨ ਵੀ, ਈਦ ਦਾ ਮਤਲਬ ਇਹੀ ਹੈ ਖੁਸ਼ੀਆਂ, ਔਰ ਸਾਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਇਸ ਖੁਸ਼ੀਆਂ ਭਰੇ ਦਿਹਾੜੇ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਈਦ ਮਨਾਈ ਜਾ ਰਹੀ ਹੈ ਔਰ ਮਿੱਠੀਆਂ ਸੇਵਈਆਂ ਬਣ ਰਹੀਆਂ ਨੇ ਘਰਾਂ ਦੇ ਵਿੱਚ, ਔਰ ਬੜੇ ਸੁੰਦਰ ਤਰੀਕੇ ਨਾਲ ਇਸ ਈਦ ਨੂੰ ਇੰਜੋਏ ਹੋ ਰਿਹਾ ਹੈ। ਉਮੀਦ ਕਰਦੇ ਹਾਂ ਕਿ ਇਸ ਈਦ ਦਾ ਦਿਹਾੜਾ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਹੀ ਲੈ ਕੇ ਆਉਂਦਾ ਰਹੇ। ਈਦ ਦੇ ਤਿਉਹਾਰ ਤੋਂ ਬਾਅਦ 30 ਰੋਜ਼ਿਆਂ ਤੋਂ ਬਾਅਦ ਜਿਹੜਾ ਅੱਜ ਰਸੋਈ ਜਿਹੜੀ ਆ ਅਹਿਮਦੀਆ ਭਾਈਚਾਰੇ ਦੇ ਘਰ 'ਚ ਅਸੀਂ ਮੌਜੂਦ ਹਾਂ। ਅਸੀਂ ਇੱਕ ਹੋਰ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਘਰ ਦੇ ਵਿੱਚ ਜਿਹੜੇ ਸਵਾਨੀ ਵੱਲੋਂ ਆਪਣੇ ਬੱਚਿਆਂ ਦੇ ਨਾਲ ਜਿਹੜਾ ਆ ਪੂਰੀ ਤਰ੍ਹਾਂ ਸੱਜ ਫੱਬ ਕੇ ਤਿਆਰ ਹੋ ਕੇ ਜਿਹੜੇ ਖਾਣੇ ਪਕਵਾਨ ਜਿਹੜਾ ਤਿਆਰ ਕੀਤਾ ਜਾ ਰਿਹਾ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾ ਰਹੇ ਹਾਂ ਕਿ ਕਿਵੇਂ ਜਿਹੜੇ ਉਹਨਾਂ ਨੇ ਰੋਜ਼ੇ ਰੱਖੇ ਆ ਤੇ ਅੱਜ ਉਹ ਕੀ ਪਕਵਾਨ ਦੇ ਵਿੱਚ ਬਣਾ ਰਹੇ ਨੇ ਆਪਣੇ ਪਰਿਵਾਰ ਲਈ। ਹਾਂਜੀ, ਤੁਸੀਂ ਕਿਵੇਂ ਰੋਜ਼ੇ ਰੱਖੇ ਜੀ? हाँ, रमज़ान के 30 रोज़े रखे हैं। 30 रोज़े रखने के बाद हम आज ईद के दिन हम अपने खाने बनाते हैं, मीठा बनाते हैं। खाने में हम आज क्या स्पेशल बना हुआ? हाँ, मीठा सेवई बनाते हैं हम स्पेशली आज, और फिर नमकीन में हम छोले वगैरह बनाते हैं मेहमानों के लिए, परोसने के लिए उनके। और घर में हम खाना बनाते हैं, तड़के वाले चावल बनाते हैं। नॉन वेज में क्या है? हाँ, नॉन वेज में मीट बनाया हमने, ये सब बनाया। फिर बच्चे भी बड़े बच्चों को ईद ही देते हैं, बच्चे खुश होते हैं ईद वाले दिन। बड़े असल ईद तो बच्चों की ही है ये।
आज क्या महसूस कर रहे हैं? इतने लंबे रोजे रखे आपने, 30 दिन के रोजे रखे हैं, आज क्या महसूस कर रहे हैं? आज यही महसूस होता है कि कोई गरीब को अगर खाना नहीं मिलता है तो वो किस तरह गुजारता है, ये महसूस होता है रोज़े रख के। तो आज ईद के दिन हम यही मनाते हैं खुशी कि अल्लाह ताला ने हमें इतना नेमत दिया है, और आज के दिन अल्लाह ताला ने ये इस महीने में हमारी कुरान शरीफ दी थी हमें, यही बस इसी की हम खुशी मनाते हैं। बेटा आपका क्या नाम है? अब्दुल काफी। आपने रोजे रखे थे? नहीं, मैं छोटी हूँ। मैं छोटी हूँ। आपका क्या नाम है? नाइला अहमद। आपने रोजे रखे थे? हाँ, मैंने एक रोज़ा रखा था। आज क्या महसूस कर रहे हो? इतने पकवान पके हुए घर में? बहुत अच्छा घर सजा हुआ है, घर बहुत अच्छा लग रहा है, पेट भर गया है खाना खा के, सबके घर जा रहे हैं और ईदी मिल रही है ढेर सारी। जी की नाम है थाड़े? सीमा हाशमी। हम 30 दिन के रोज़े रखते, रमज़ान का महीना खुदा ताला इसीलिए रखते हैं कि खुदा ताला कहते हैं उसमें इबादत करो, और इसलिए रखते हैं कि गरीब का जो भूखे रहते हैं उनका एहसास हमारे अंदर पैदा होता है। 30 दिन के बाद अल्लाह ताला ने हमें ईद मनाने के लिए कहा, जिसमें हम ढेर सारे पकवान करते हैं, हर किस्म के वेजिटेरियन, नॉन वेज, बिरयानी, टिक्की, दही भल्ले, बहुत कुछ पकाते हैं। अल्लाह ताला ने कहा कि तुम्हारे पास जितना है उतना खूब खर्चा करो, पहनो, अच्छे कपड़े पहनो, अच्छा तैयार हो, खाओ पियो, एंजॉय करो। 30 दिन के बाद अल्लाह ताला हमें ये देता है, ये नेमत हमें देता है, बस उसका शुक्र एहसान है। हम 30 दिन हमारे बच्चे भी रहते हैं। वैसे 17 साल में बच्चों ने रोज़े रखने होते हैं, लेकिन आज 7 साल में बच्चों को आदत के लिए रोज़ा रखवाते हैं, और मेरे बच्चे भी 4-5 रोज़े रखे हैं, मैंने भी पूरे रोज़े रखे, मेरे हस्बैंड ने भी, और आज हम इतने सारे शाम पकाए हैं। सुबह से पूरी रात हम जागते हैं तो पकवान के लिए बहुत इंजॉय करते हैं। फिर हम ईद मिलने जाते हैं, फिर हमारे पास गेस्ट आते हैं मिलने के लिए, हम इस दिन आज के दिन बहुत इंजॉय करते हैं। सुबह हम नमाज को जाते हैं, फिर वापस आके हम आज क्या खास खाना बनाऊंगा? आज हमारे पास बना है दही भल्ले, आलू की टिक्की, शामी कबाब, बिरयानी, कोरमा और ये शीर खुरमा। सबसे हमारा ये मेन ईद हमारी शीर खुरमा है। शीर खुरमा जिसको कहते हैं कि सेवियों वाला रहता है। शीर मतलब दूध होता है और खुरमा मतलब खजूर। वो जो खजूर हम सारा 30 दिन खाते हैं, वो खजूर को पहले दूध में उबाल के, सेवियां डाल के, और उसमें पूरे ड्राई फ्रूट्स जो होते, जितने ड्राई फ्रूट्स होते हैं उसको डाल के शीर खुरमा बनाते हैं। आप क्या रोजे तोड़े हुए क्या महसूस कर रहे हैं? आज हम बहुत अच्छा महसूस कर रहे हैं, खुदा की इबादत करें, हमें इतना अच्छा रिलैक्स लग रहा है हमें कि हमको ये लग रहा है कि हमें खुदा ताला मिल गया है, कि हमें हमारा खुदा ताला हमें माफ़ कर दिया और हम बहुत अच्छे हो गए हैं। ईद ਦੇ ਪਾਵਨ ਤਿਉਹਾਰ ਮੌਕੇ ਜਿਹੜੇ ਛੋਟੇ ਬੱਚੇ ਨੇ ਉਹ ਰੋਜ਼ੇ ਤੋਂ ਬਾਅਦ ਅੱਜ ਸ਼ਾਹੀ ਪਕਵਾਨ ਖਾ ਕੇ ਕੀ ਉਹ ਮਹਿਸੂਸ ਕਰ ਰਹੇ ਨੇ ਤੇ ਕਿਵੇਂ ਉਹਨਾਂ ਨੇ ਰੋਜ਼ੇ ਰੱਖਿਆ ਸੀ, ਤੁਹਾਡੀ ਉਹਨਾਂ ਦੇ ਬੱਚਿਆਂ ਦੇ ਨਾਲ ਪਹਿਲਾਂ ਗੱਲਬਾਤ ਕਰਾਉਂਦੇ ਹਾਂ। ਬੇਟਾ ਕੀ ਨਾਂ ਤੁਹਾਡਾ? मेरा नाम तुबान है। आज मैं सबको ईद मुबारक कहता हूँ। आज मैंने 30 दिनों के रमज़ान के मौके के बाद जो बाबरकत हमारा महीना है, हमने इसके बाद अपने अम्मी अब्बू के साथ मिलकर काफ़ी कुछ खाया, हमें बहुत अच्छा लग रहा है। आज मैं फिर से सबको एक बार ईद मुबारक कहता हूँ। बेटा आपका क्या नाम है? आज पेट भर के खाना खाया, रोजे रखे थे? ਤੁਸੀਂ ਦੇਖਿਆ ਕਿ ਜਿੱਦਾਂ ਛੋਟੇ ਬੱਚਿਆਂ ਨੇ ਵੀ ਰੋਜ਼ੇ ਆਪਣੇ ਮਾਂ-ਬਾਪ ਦੇ ਨਾਲ ਰੱਖੇ ਨੇ, ਅੱਜ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਨਾਲ ਖੁਦਾ ਦੀ ਇਬਾਦਤ ਕੀਤੀ है, तो आज वो पेट भर के खाना खाता। हाँ बेटा आपका क्या नाम है? इंतज़ार अहमद हाशमी। आपने रोजे रखे थे? जी। कितने रोजे रखे थे? मैंने 4 रोजे रखे थे। आज क्या महसूस कर रहे हो? आज बहुत अच्छा महसूस कर रहा हूँ। 30 रोजे रखे थे मैंने, वो मम्मा के साथ वो इफ्तारी भी की, सहरी भी की। आज बहुत मज़ा आ रहा है, घर में बहुत अच्छे खाने पकवान बने हैं, तो आज बहुत मज़ा आ रहा है। जी। आज क्या महसूस कर रहे हो खाना खा के? बहुत अच्छा महसूस कर रहे हैं आज खाना खा। कितने तरह के पकवान पके हुए हैं आपके घर में? बहुत तरह के पके हैं, बहुत चीज़ें पकी हैं। आज खुश हो? जी, पेट भर के आज खाना खा रहे हैं। आज खाना खा रहे हैं। हाँ मेरी बेटा तरफ से सबको ईद मुबारक। आपका क्या नाम है? अबरार अहमद हाशमी। आज पेट भर के खाना खा रहे हो? जी। ਮਾਹ ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਬਾਅਦ ਈਦ ਦੇ ਇਸ ਮੁਕੱਦਸ ਦਿਨ ਤੇ ਅਸੀਂ ਵੀ ਇਹੋ ਦੁਆ ਕਰਦੇ ਹਾਂ
ਕਿ ਜਿਨ੍ਹਾਂ ਆਸਾਂ ਉਮੀਦਾਂ ਨੂੰ ਲੈ ਕੇ ਰੋਜ਼ੇਦਾਰਾਂ ਨੇ ਕਠਿਨ ਰੋਜ਼ੇ ਪੂਰੇ ਕੀਤੇ ਉਹ ਜ਼ਰੂਰ ਪੂਰੀਆਂ ਹੋਣ ਅਤੇ ਖੁਦਾ ਦੀ ਰਹਿਮਤ ਇਸ ਪੂਰੀ ਕਾਇਨਾਤ ਤੇ ਇਸੇ ਤਰ੍ਹਾਂ ਬਣੀ ਰਹੇ। ਪੀਟੀਸੀ ਨਿਊਜ਼ ਦੀ ਇਸ ਖਾਸ ਪੇਸ਼ਕਸ਼ 'ਚ ਫਿਲਹਾਲ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਪੀਟੀਸੀ ਨਿਊਜ਼। ਧੰਨਵਾਦ। ईद मुबारक।